ਧੰਨ ਵਾਹਿਗੁਰੂ ਸਾਹਿਬ ਜੀਓ, ਜੇ ਕੋ ਗੁਰ ਤੇ ਵਿਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਈ। ਅਨੇਕ ਜੋਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਈ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਦੀ ਪ੍ਰਾਪਤੀ ਉਸ ਪੁਰਖ ਨੂੰ ਹੁੰਦੀ ਹੈ ਜਿਸ ਨੇ ਜੀਵਨ ਵਿੱਚ ਮੁਕਤੀ ਹਾਸਲ ਕਰ ਲਈ। ਜਿਤਨੇ ਵੀ ਦੁੱਖ ਨੇ ਉਹ ਗੁਲਾਮੀ ਦੇ ਕਾਰਨ ਨੇ। ਪਰਮ ਸੁੱਖ ਉਸ ਮਨੁੱਖ ਨੂੰ ਮਿਲਦਾ ਹੈ ਜਿਹਨੇ ਜੀਵਨ ਵਿੱਚ ਨਜ਼ਾਤ, ਮੁਕਤੀ, ਆਜ਼ਾਦੀ ਪ੍ਰਾਪਤ ਕਰ ਲਈ। ਸਤਿਗੁਰੂ ਆਖਦੇ ਨੇ, ਕਹਿਣ ਲੱਗੇ, ਇਹ ਜਿਹੜੀ ਮੁਕਤੀ ਹੈ ਇਹ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਗੁਰੂ ਨਾਲ ਜੁੜ ਕੇ ਹੀ ਇਹ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਛੋਟੀ ਜਿਹੀ ਬੇਨਤੀ ਮੈਂ ਮੁਕਤੀ ਬਾਰੇ ਚ ਕਰਾਂ। ਧਰਮ ਦੀ ਦੁਨੀਆ ਵਿੱਚ ਜਿਹੜੇ ਧਰਮੀ ਕਹਾਉਣ ਵਾਲੇ ਲੋਕ ਸਨ, ਉਹਨਾਂ ਨੇ ਬੜੀਆਂ ਚਲਾਕੀਆਂ ਕੀਤੀਆਂ, ਬਹੁਤ ਚਲਾਕੀਆਂ ਕੀਤੀਆਂ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੇ ਉਜਾੜੇ ਨੂੰ ਤਿੰਨ ਧਰਮੀ ਬੰਦੇ ਮੰਨੇ ਨੇ। ਆਮ ਨਹੀਂ, ਤਿੰਨੇ ਧਰਮੀ ਨੇ। ਕਾਦੀ ਕੂੜ ਬੋਲ ਮਲ ਖਾਏ, ਬ੍ਰਹਮਣ ਨਾਵੇ ਜੀਆਂ ਘਾਏ, ਜੋ ਕੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਹੁਣ ਤਿੰਨੇ ਧਰਮੀ ਨੇ, ਤਿੰਨਾਂ ਤੋਂ ਗਵਾਈ ਲੈਣੀ ਹੈ ਮਨੁੱਖ ਨੇ। ਇਹਨਾਂ ਲੋਕਾਂ ਨੇ ਕੀ ਕੀਤਾ? ਇਹਨਾਂ ਨੇ ਮਨੁੱਖ ਨੂੰ ਮੁਕਤੀ ਵੀ ਇਹੋ ਜਿਹੀ ਸਾਧਨ ਵਿੱਚ ਉਲਝਾ ਦਿੱਤਾ ਭਈ ਮੁਕਤੀ ਮਰਨ ਤੋਂ ਬਾਅਦ ਵਿੱਚ ਹੈ, ਤਾਂ ਕਿ ਜਿਉਂਦਿਆਂ ਜੀ ਮੈਨੂੰ ਕੋਈ ਸਵਾਲ ਨਾ ਪੁੱਛ ਸਕੇ। ਤੇ ਮਰਨ ਤੋਂ ਬਾਅਦ ਆ ਕੇ ਕੋਈ ਬੰਦਾ ਸਵਾਲ ਨਹੀਂ ਪੁੱਛਦਾ। ਤੁਸੀਂ ਦੇਖਿਆ ਮਰਨ ਤੋਂ ਬਾਅਦ ਕਿਸੇ ਦਾ ਕੀ ਵਾਸਤਾ ਹੈ? ਇਹਨੇ ਉਹਦੀ ਮੁਕਤੀ ਵਾਸਤੇ ਕਈ ਤਰ੍ਹਾਂ ਦੇ ਸਾਧਨ ਬਣਾ ਦਿੱਤੇ। ਇੱਥੋਂ ਤੱਕ ਮੈਂ ਬੇਨਤੀ ਕਰਾਂ, ਇਲਾਹਾਬਾਦ ਵਿੱਚ ਤੇ ਬਨਾਰਸ ਵਿੱਚ ਦੋ ਥਾਵਾਂ ਦੇ ਉੱਤੇ ਆਰੇ ਲੱਗੇ ਹੁੰਦੇ ਸਨ ਭਈ ਬੰਦਾ ਜਿਉਂਦਿਆਂ ਜੀ ਆਪਣਾ ਸਭ ਕੁਝ ਬ੍ਰਹਮਣ ਨੂੰ ਦਾਨ ਕਰਕੇ ਆਰੇ ਨਾਲ ਚਰਵਾ ਲਵੇ ਤੇ ਉਹਨੂੰ ਮੁਕਤੀ ਮਿਲ ਜਾਏਗੀ। ਕਿੰਨੇ ਕਿੰਨੇ ਕਰਮਕਾਂਡ ਸਨ ਜਿਹੜੇ ਮੁਕਤੀ ਦੇ ਨਾਂ 'ਤੇ ਕੀਤੇ ਜਾਂਦੇ ਸਨ। ਕੋਈ ਜੰਗਲਾਂ 'ਚ ਬੈਠਾ ਕਠਨ ਤਪੱਸਿਆ ਕਰ ਰਿਹਾ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ। ਸਭ ਨੇ ਸਾਰੇ ਪੱਖ ਬਦਲਾ ਕੇ ਰੱਖ ਦਿੱਤਾ। ਹਜ਼ੂਰ ਕਹਿਣ ਲੱਗੇ ਵੀ ਪਹਿਲੀ ਗੱਲ ਤਾਂ ਸਾਡੇ ਘਰ ਵਿੱਚ ਜਿਹੜੀ ਮੁਕਤੀ ਉਹ ਜਿਉਂਦਿਆਂ ਜੀ ਪ੍ਰਾਪਤ ਕਰਨੀ ਹੈ, ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਗੱਲ ਨਹੀਂ ਹੈ। ਜਿਉਂਦਿਆਂ ਜੀ ਪ੍ਰਾਪਤ ਕਰਨੀ ਹੈ। ਸਭ ਨੇ ਕਿਰਪਾ ਕੀਤੀ, ਮੂਹੇ ਹੋਏ ਜੋ ਮੁਕਤ ਦਿਓ ਕਿ ਤੇਰੀ ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਤਾਂ ਮੁਕਤੀ ਦੇਗਾ, ਉਹ ਕਿਹਨੇ ਦੇਖਣੀ ਹੈ? ਲੋੜ ਤਾਂ ਇੱਥੇ ਦੀ ਹੈ, ਇੱਥੇ ਸੰਸਾਰ ਵਿੱਚ ਜਿਉਣਾ। ਗੁਰਮਤਿ ਨੇ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ। ਕਹਿਣ ਲੱਗੇ, ਗੁਰੂ ਨੇ ਜਿਉਂਦਿਆਂ ਜੀ ਸਾਨੂੰ ਮੁਕਤ ਕੀਤਾ ਹੈ, ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਹੁਣ ਜਿਹੜੇ ਲੋਕ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਗੁਰੂ ਦੀ ਸਿੱਖਿਆ ਦੇ ਸਨਮੁਖ ਹੋਣਾ ਪਏਗਾ। ਜਿਹੜੇ ਗੁਰੂ ਦੀ ਸਿੱਖਿਆ ਤੋਂ ਬੇਮੁਖ ਹੋ ਜਾਂਦੇ ਨੇ, ਗੁਰੂ ਦੀ ਸਿੱਖਿਆ ਤੋਂ ਕਿਨਾਰਾ ਕਰ ਲੈਂਦੇ ਨੇ, ਨਹੀਂ ਮੰਨਦੇ,
वो कदे मुक्ति हासिल नहीं कर सकते। सब कहते गल मेरे कोलों नहीं, तुसी सियाने दाने बंदियां कोलों भी जाके भावें पुछ के देख लो, तुहानूं इक्को ही जवाब मिलेगा। सतगुर तेजो मूँह फेरे, भरम दे ना टकन, धरत असमान ना झलई, बिच बिस्टा पे पचाना। सतगुर तेजो मूँह फेरे, मत्थे ते नकाले, अन दिन दुख कमावदे, नित जोहे जम जाले। गुरु सिक्ख्या दे के अपने सिख के जीवन में उन्होंने जीवन मुक्ति की दात देता है। जिसका अंग करे मेरा प्यारा, सो मुक्ता सागर संसारा। अंग का अर्थ होंदा पख करना, जिहदा पख परमेश्वर करे वो मनुख संसार में जिउंदियां जी मुक्त हो जाता है। उन्होंने विकारां दी, माया दी, तृष्णा दी, किसी भी किस्म की कोई गुलामी नहीं होंदी। वो जीवन की बाजी नूं जित लैंदा है। सतगुरु जी का पावन वचन है, सो मुक्ता संसार जे गुर उपदेशिया, जिसकी गई बलाए मिटे अंदेशिया। वो मुक्ता संसार है जिहड़ा गुरु के उपदेश नाल जुड़ गया। फिर वचन सुने, प्रभ की आज्ञा आत्म हितावै, जीवन मुक्त सो कहावै। आ हुण जीवन मुक्त, जिन्होंने प्रभु की आज्ञा चंगी लगी वो हुण जीवन मुक्त दीयां निशानियां ने। बड़े ध्यान नाल सुनो। सहवाक जी ने, प्रभ की आज्ञा आत्म हितावै, जीवन मुक्त सो कहावै, तैसा हरख तैसा उस सोग, सदा आनंद तै नहीं वियोग, तैसा स्वर्ण तैसी उस माटी। स्वर्ण मतलब सोना, माटी मतलब मिट्टी। उहदियां नज़रां विच अमीर बंदा भी हो जाइए, गरीब बंदा भी हो जाइए। तैसा स्वर्ण तैसी उस माटी, तैसा अमृत तैसी विख खाटी। कहते उहदे लई कोई अंतर नहीं हुंदा। उन्होंने अमृत ते जहर एक चीज़ां बन जांदियां ने, जहर विचों भी अमृत रब लैंदा। तैसा अमृत तैसी विख खाटी, तैसा मान तैसा अपमान, तैसा रंक तैसा राजान, जो वरताए साई जुगत, नानक ओ पुरख कही है जीवन मुक्त। आ पुरख है जीवन मुक्त। ये नहीं भी असी अपनी अंदरली बिरती को समझाना है, असी अपने अंदरों समझाना है। मैं पकड़ किस गल दी विच आया हुआ, सानू देखण नूं लगदा है मैं आज़ाद है, पर सच करके जाने हो असी गुलाम है, आज़ाद नहीं है। सानू भुलेखा है। जिहड़े मनुख ने गुरु की सिक्ख्या ते पहरा दिता, वो अपने जीवन को ऊंचा चुक लेंगे। गुरु तेग बहादुर साहब जी के कुछ वचन ने बड़े प्यारे। साहब जी आखते ने, मालिक जी का पावन वचन है, कहते हरख शोक जांकै नहीं, बैरी मीत समान, कहो नानक सुन रे मना, मुक्त ताहि तै जान। इस तो पहले का श्लोक है, उस्तद निंदिया नाहि जे, कंचन लो समान, कहो नानक सुन रे मना, मुक्त ताहि तै जान। जिन्हों उस्तद अते निंदा एक बराबर होगी। उस्तद सुन के खुश नहीं हुंदा, निंदा सुन के दुखी नहीं हुंदा। ये है मुक्त होना, ये है जीवन विचों मुक्त होना। साडे ते असर हुंदा है, असी असर कबूलते हैं। कह आप बेनती करिए। सतगुरु जी आखते ने, कहते उस्तद निंदिया नाहि जे, कंचन लो समान। कंचन ते लोहा पाप गरीब ते अमीर नूं इक्को जिहा समझदा होवे। जां अगला श्लोक है, हरख सोग जांकै नहीं, खुशी ते गमी इक्को जिहे ने। उन्हें पता लग गया। बैरी मीत समान, बैरी ते मित्र नूं इक्को जिहा विहार करता। मित्र नाल भी उहो जिहा विहार करता, बैरी नाल भी उहो जिहा विहार करता। वो मनुख मुक्त है। उहदे जीवन विच एक अमृत बचन गुरबाणी दा होर पढ़िओ जी।
सर जी आखते ने, कहते ऐसो गुण मेरो प्रभ जी कीन, मेरे मालिक ने कृपा की मैनू आ गुणों की दौलत बख्शी। केड़ी? पंच दोख अर अंग रोग ए तन ते सगल दूर कीन। अगली पंक्ति बड़ी प्यारी, बंधन तोड़। सब तो पहला बंधन तोड़े, रिश्ता तोड़े, मेरे संबंध तोड़े, मेरे संबंध ही तो टुटना औखा। विकारां नालों साडा संबंध नहीं टुटदा, वो विकार साडे अंदर बैठे ने, वो विकार तीलां दी डब्बी वर्गे ने, नहीं किसी ने छेड़े शांत बैठे ने, किसी ने एक गाल कढ़ दी मुड़ के मैं 10 गालों च जवाब दिता, वो अंदर ही बैठे सन शैतान। मैं समझन लग पिया शायद मैं सुखी हो गया, नहीं, वो सिर्फ शांत होए बैठे सन, किसी ने छेड़े नहीं सन। साडी जिहड़ी निमरता वो तीलां दी डब्बी वर्गी है, नहीं किसी ने छेड़िया भावें सदियां पई रहे, किसी ने निक्की जी घसा दी तबाही कर दिंदी। ऐसे भी लोग ने निक्की गल बर्दाश्त नहीं कर सकते, एक कह दो सही गल तबाही मचा देंगे। हजूर आखते ने बंधन तोड़। छोटी जी बेनती करा, समा बहुत सीमित है, आप पौड़ी की विचार भी करनी है। एक रोमी होया बहुत प्रसिद्ध बंदा, उन्हें कुछ गाथावां लिखिया ने बड़िया अलग किस्म दी। उन्हें एक गाथा लिखी बड़ी प्यारी, कहते कुछ नशैली लोग एक शहर तो काम करके अपने घरों नूं जाते सी, पर अज उन्होंने थोड़ी जी देरी कर ली। हुण जदों वो एक नदी वगदी है, उहदे दे पार जाते ने, वो मलाह हुंदे ने उत्थे। अज देखिया जो मलाह कोई नहीं, लेट हो गए, बेड़ियां उत्थे ही ने। उन्हें आख्या जापे चलते हैं, सवेरे उधरों आना ही है काम करन ते वापस ले आवांगे, मलाह नूं दस देंगे। वो बेड़ी च बैठ के ते चप्पू मारन लग पे, चप्पू मारते रहे। अद्धी क रात नूं जदों जाके नशा टुटिया ते होश परती, ते वो कहंदे बई असीं तां कंढे ते आ गए, कमाल है। जदों उतरे ते देख के हैरान हो गए भी जिस कंढे ते चढ़े सी बेड़ी जो असीं कंढे ते खलोते हैं। थक भी गए, उत्थे ही जिमें किमें टेढ़े मेढ़े होके थोड़ा रात का वक्त कट लिया। सवेरे मलाह आया, उन्हें आख्या यार साडे नाल रात बड़े ही अजीब पाना वरत्या सी, इन्ने चप्पू मारे, बदल बदल के चप्पू मारे। बेड़ी किनारे भी लगी, पर जदों देखिया उस किनारे खलोती सी जिस किनारे असी चढ़े हैं बेड़ी ते। मलाह खिड़खिड़ा के हसिया, कहन लगे भलियो तुसी बेड़ी नूं चप्पू तो मारे, पर तुसी रस्सा तो खोलिया नहीं। रस्सा भी तो खोलना सी ना, तुहानूं नशे कारण पता नहीं लग्या रस्सा नहीं खोलिया। सच करके जानियो असीं धर्म दे चप्पू तो मारते हैं, विकारां नालों रस्सा नहीं खोलते। खलोते उत्थे ही हैं, धर्म दे चप्पू भी मारते हैं, देखने हैं, पाठ करते हैं, सेवा करते हैं, सिमरन करते हैं, मुबारक जिहड़े करते हैं, बड़ा कुछ करने हैं, पर जीवन उत्थे दा उत्थे ही खलोता है, उत्थे ही बन्निया होया, नहीं मुक्त हो सकिया। मेरे गुरु ने कृपा कर दी, बंधन तोड़ छोर विख्या के गुर को शब्द मेरे हीरा रह गए। ये गुरु की रहमत वरसी। तो अज धन गुरु अमरदास साहब सच्चे पातशाह बड़ी प्यारी बात समझाते हैं, जे को गुर ते बेमुख होवे, जे कोई मनुख गुरु की सिक्ख्या तो किनारा कर लवे, वो सोचे मैनू इसकी लोड़ नहीं है। एक वचन बड़ा प्यारा है, गुर की मत तो लेहे इयाने, भगत बिना वो डूबे सियाने। जब इनू गल करी ना भी गुर की मत तो लेहे इयाने, ये क्यों कह लग्या मैं थोड़ा ही आना, मैं तो कदा करना, मैं तो शब्दों की तह तक चला जाना।
मैं ते लोकां नूं दसना है, मैं किवें आना होया? कहंदे तेरे वर्गे सियाणे डुबदे वेखे ने मेरे गुरु तो। गुर की मत तो लेहे इयाने भगत बिना बहुत डुबे सियाणे, तेरे वर्गे सियाणे डुबदे वेखे ने मैं। जे को गुर ते बेमुख होवे, बेमुख का मतलब ये नहीं, निरा मैं बार बार बेनती करना, शरीरक क्रिया की गल नहीं है। कईयां नूं लगदा मैं उत्थे भी मत्था टेकां, मैं उत्थे भी मत्था टेकां, मैं उधर भी मत्था टेकां, शायद मैं ज़्यादा सन्मुख हो जागा। नहीं, जिन्हें गुरु के उपदेश नूं सामने रखिया, मेरा गुरु की कहता है, मैं की करना है, रोज़ इस गल नूं तोलदा है, वो है सन्मुख ते बेमुख। जे को गुर ते बेमुख होवे, बिन सतगुर मुक्त ना पावे। हुण जिहड़ियां अंदरूनी गुंझलां ने वो गुरु तो बिना नहीं खुलदियां। मैं काम विच रवां पर काम दे दाग न लगण देवां, मैं क्रोध विच रवां पर क्रोध दे नाल बुरा कर्म ना करां। ये जिहड़े बंधन ने ना, ये गुरु तोड़ सकदा है, गुरु कृपा कर सकता है। गुरु कोल ऐसी समर्था है, नानक सतगुर भेटे है, पूरी होवे जुगत, हसंदियां खिलंदियां पैनंदियां खबंदियां, विचे होवे मुक्त। इन्हां सब चीज़ां दे विच रहिंदियां गुरु मुक्त कर देंदा, असर नहीं होण देंदा, वो मनुख ते असर नहीं होंदा। बिन सतगुर मुक्त ना पावे, पावे मुक्त ना ओरथ है कोई। बड़ा सौखा जिहा, बहुत सौखा जिहा। जिथे बन्नण बन्निया मुक्त उत्थों होना है ना। जिथे कोई बन्नण बन्निया, मान लो मैं एक छोटी उदाहरण दे दी, एक बंदे ने हाथी नूं वेखिया, हाथी नूं वेख्या ते बड़ा हैरान होया भी ये किड्डे किड्डे वड्डे काम कर लैंदा है। दरख्त तोड़ना है, उहदे कोल एडी वड्डी जान है, वो पाउंदा है सुंड अपनी ते दरख्त का टाहना एक पल च तोड़ के पासे कर दे। पुराने समय च हाथी सिखाए होंदे सन, अज तक कई तरह दी मशीनां आ गईयां ने। उदों गड्डियां ते समान लदना हुंदा सी ते हाथी चुक चुक के बड़े वड्डिया वड्डे मोछे लकड़ दे वो गड्डियां ते रख दिंदा सी। जदों शाम नूं आया, हाथी दे मालक ने उन्हें एक मामूली जी रस्सी पा के लत्त नूं ते किले नाल बन्ह दिता। वो जवान देख के बड़ा तर्कवादी सी, बड़ा हैरान होया। कहने लगे उही हाथी है जिहड़ा दिने एडे एडे भारी काम करता सी? कहने लगे हाँ। कहने लगे छोटी जी इहदे रस्सी पाई है, ये तोड़ के जंगल च क्यों नहीं चला जाता, भज जाए तेरे को? वो कहने तेरे को नहीं जाओ। कहने लगे क्यों? कहने लगे जदों बचपन विच सी ना, उदों इहदे भारी संगल पा के इहनूं बन्नदे सी, उदों ही बार बार ट्राई करता सी भी मैं खोल के तड़ा के भज जा। उदों संगल एडा भारी सी। हुण वो इहदे दिमाग विच वस गई गल, ये मेथों नहीं टुटना, बाकी मैं सारे काम कर लवां, ये नहीं टुटना। हुण मैं छोटी जी रस्सी पा के बंन देना, इहदे दिमाग च बसी हुई गल है भी ये नहीं टुटनी, बाकी तोड़ दे, क्या ट्राई नहीं करना। असीं कर्म कांडां विचों, दुनिया की मोह ममता विचों मामूली जी रस्सी न बन्ने हुए हैं, पर साडी सोच ने मान लिया भी असीं आजाद नहीं हो सकते। इसलिए छोटी छोटियां रस्सियां कर्म कांडां दियां वो बनिया हुई ने, कोई रस्सियां बहुतियां नहीं है, पर साडे दिमाग ने मान लई भी हुण मैं आजाद नहीं हो सकता, ते गुलामी भोग रहे हैं। विकारां दी गुलामी, देहधारियां दी गुलामी, कर्म कांडां दी गुलामी सारी भोग रहे। गुरमत तो बहुत सादी सी, बिल्कुल स्पष्ट होके रहना, सादा जीवन रखना, आई सी कहानी। साहब जी आखते ने पावे मुक्त ना ओरथ है कोई, पुछो विवेकियां जाए। विवेक शब्द का अर्थ सी ज्ञान।
ਕਈ ਗੱਲਾਂ ਅਸੀਂ ਸੁਭਾਵਕ ਹੀ ਕਿਸੇ ਨਾ ਕਿਸੇ ਚੀਜ਼ ਨਾਲ ਜੋੜ ਲਈਆਂ। ਜਿਵੇਂ ਭਾਈ ਰਣਧੀਰ ਸਿੰਘ ਜੀ ਹੋਰਾਂ ਨੇ ਉਹਨਾਂ ਦੀ ਕਿਤਾਬ ਪੜ੍ਹਿਓ ਜੇ ਜੇਲ੍ਹ ਚਿੱਠੀਆਂ। ਜਦੋਂ ਭਾਈ ਰਣਧੀਰ ਸਿੰਘ ਜੀ ਜੇਲ੍ਹ ਗਏ ਤਾਂ ਜੇਲ੍ਹ ਵਿੱਚ ਗੋਰਿਆਂ ਨੇ ਸਲੋ ਪੋਇਜ਼ਨ ਦੇਣ ਵਾਸਤੇ ਇਹਨਾਂ ਸਿਆਸੀ ਕੈਦੀਆਂ ਨੂੰ ਉਹਨਾਂ ਨੇ ਸਿਲਵਰ ਦੇ ਭਾਂਡੇ ਲਿਆਂਦੇ। ਪਹਿਲੀ ਵਾਰੀ ਸਿਲਵਰ ਦੇ ਭਾਂਡੇ ਉਦੋਂ ਆਏ ਸੀ। ਸਿਲਵਰ ਦਾ ਭਾਂਡਾ ਕੱਸਦਾ ਹੈ, ਉਹ ਜਦੋਂ ਜਦੋਂ ਮਾਂਜ ਕੇ ਉਹਦੇ ਵਿੱਚ ਖਾਂਦੇ ਨੇ ਉਹ ਅੰਦਰ ਜਾਈ ਜਾਂਦਾ ਪੋਇਜ਼ਨ ਬਣ ਕੇ ਤੇ ਉਹ ਬੰਦੇ ਨੂੰ ਖਤਮ ਕਰ ਦਿੰਦਾ ਕੁਝ ਸਮੇਂ ਬਾਅਦ। ਸਿਲਵਰ ਦੇ ਭਾਂਡੇ ਉਦੋਂ ਲਿਆਂਦੇ ਸੀ ਉਹਨਾਂ ਨੇ, ਤੇ ਭਾਈ ਰਣਧੀਰ ਸਿੰਘ ਹੋਰਾਂ ਨੇ ਕਿਹਾ ਸੀ ਵੀ ਮੈਂ ਸਿਲਵਰ ਦੇ ਭਾਂਡਿਆਂ 'ਚ ਨਹੀਂ ਖਾਣਾ, ਮੈਂ ਲੋਹੇ ਦੇ ਭਾਂਡਿਆਂ 'ਚ ਖਾਣਾ, ਜਿਹੜਾ ਘਸ ਕੇ ਅੰਦਰ ਜਾਏ ਮੇਰੀ ਤਾਕਤ ਦਾ ਕਾਰਨ ਬਣੇ। ਅਸੀਂ ਉਹ ਗੱਲ ਤਾਂ ਸਮਝੀ ਕੋਈ ਨਾ। ਅਸੀਂ ਇੱਕ ਪਾਸੇ ਹੋ ਕੇ ਬੈਠ ਗਏ ਵੀ ਸ਼ਾਇਦ ਸਰਬ ਲੋਹ ਦੇ ਭਾਂਡਿਆਂ ਵਿੱਚ ਖਾਣਾ ਹੀ ਸਿੱਖੀ ਹੈ। ਮੇਰਾ ਮਤਲਬ ਇਹ ਨਹੀਂ ਵੀ ਜਿਹੜੇ ਖਾਂਦੇ ਨੇ ਮਾੜਾ ਕਰਦੇ ਨੇ, ਬਹੁਤ ਵਧੀਆ ਹੈ, ਆਇਰਨ ਮਿਲਦਾ, ਪਰ ਇਹ ਨਹੀਂ ਹੈ ਨਿਰਾ ਵੀ ਮੈਂ ਕੇਵਲ ਇਸੇ ਵਿੱਚ ਹੀ ਖਾਣਾ। ਕਿਸੇ ਗੱਲ ਦਾ ਬੰਧਨ ਗੁਰਮਤਿ ਨੇ ਨਹੀਂ ਰੱਖਿਆ। ਗੁਰਮਤਿ ਆਜ਼ਾਦ ਸੋਚ ਦੀ ਮਾਲਕ ਹੈ। ਪੁੱਛੋ ਵਿਵੇਕੀਆਂ ਜਾਏ, ਇੱਥੇ ਵਿਵੇਕੀਆਂ ਦਾ ਅਰਥ ਗਿਆਨਵਾਨ ਪੁਰਸ਼ ਹੈ। ਚੰਗੇ ਲੋਕ, ਗੁਰੂ ਨਾਲ ਜੁੜੇ ਹੋਏ ਲੋਕ, ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ, ਅਨੇਕ ਜੂਨੀ ਭਰਮ ਆਵੇ, ਅਨੇਕਾਂ ਪਾਸੇ ਦੀ ਭਟਕਣਾ ਵਿੱਚ ਖੁਆਰ ਹੋ ਕੇ ਬੰਦਾ ਆ ਜਾਏ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਇੱਕ ਪਾਵਨ ਬੋਲ ਹੈ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ ਬੁਝਾਈ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਮੈਨੂੰ ਗੁਰੂ ਮਿਲਾ, ਗੁਰੂ ਤੋਂ ਬਿਨਾਂ ਮੈਨੂੰ ਪਤਾ ਨਹੀਂ ਲੱਗਣਾ। ਫਟੇ ਜੇ ਕੱਪੜੇ, ਉਲਝੇ ਜੇ ਬਾਲ, ਹੱਥਾਂ ਪੈਰਾਂ ਤੋਂ ਲੱਗਦਾ ਵੀ ਲੰਮਾ ਸਮਾਂ ਇਹਨੂੰ ਸੁੱਖ ਆਰਾਮ ਨਹੀਂ ਮਿਲਿਆ। ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸਾਹਿਬ ਨੇ ਪੁੱਛਿਆ ਭਲਿਆ ਕੌਣ ਹੈ? ਕਹਿਣ ਲੱਗੇ ਪਾਤਸ਼ਾਹ ਹੈ ਤਾਂ ਸ਼ਾਹ ਸੀ, ਪਰ ਇਸ ਵੇਲੇ ਬਰਬਾਦ ਹੋ ਗਿਆ। ਕਿੰਨਾ ਚਿਰ ਹੋ ਗਿਆ ਰੋਟੀ ਵੀ ਰੱਜ ਕੇ ਨਾ ਮਿਲੀ, ਪਹਿਨਣ ਨੂੰ ਕੱਪੜਾ ਨਹੀਂ ਮਿਲਦਾ, ਸੌਣ ਜੋਗਾ ਬਿਸਤਰਾ ਨਹੀਂ ਹੈ, ਰਹਿਣ ਜੋਗਾ ਘਰ ਨਹੀਂ। ਕਦੇ ਮੈਂ ਸ਼ਾਹਾਂ ਦਾ ਸੀ, ਤੇਰੇ ਦਰ ਤੇ ਸੁਣ ਕੇ ਆਇਆ, ਪਤਾ ਲੱਗਿਆ ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ। ਆਪਣੇ ਘਰ ਦੀ ਸੇਵਾ ਬਖਸ਼ ਦੇ। ਹਜ਼ੂਰ ਨੇ ਨਵੇਂ ਬਸਤਰ ਦਿੱਤੇ, ਇਸ਼ਨਾਨ ਪਾਨ, ਪ੍ਰਸ਼ਾਦਾ ਪਾਣੀ, ਸਾਰੀ ਸੁੱਖ ਸਹੂਲਤ ਦਿੱਤੀ। ਸਭ ਕਹਿਣ ਲੱਗੇ ਵੀ ਭਲਿਆ ਐਵੇਂ ਨਾ ਰੁਲਦਾ ਫਿਰ, ਮਾਇਆ ਲੈ ਜਾ ਕੇ ਕਾਰੋ ਵਿਹਾਰ ਫਿਰ ਦੁਬਾਰੀ ਸ਼ੁਰੂ ਕਰ, ਮਾਲਕ ਨੂੰ ਚੇਤਾ ਰੱਖੀ। ਪੈਸੇ ਲੈ ਕੇ ਫਿਰ ਦੁਬਾਰੇ ਵਪਾਰ ਸ਼ੁਰੂ ਕੀਤਾ ਦਿੱਲੀ ਵਿੱਚ। ਬਹੁਤ ਚੜ ਗਿਆ, ਦਿਨਾਂ ਵਿੱਚ ਹੀ ਚੜ ਗਿਆ। ਇੱਕ ਸੇਵਕ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕੋਲ ਆਇਆ, ਪਾਤਸ਼ਾਹ ਮੇਰੀ ਬੇਟੀ ਦੀ ਸ਼ਾਦੀ ਹੈ ਤੇ ਮੇਰੀ ਮਦਦ ਕਰੋ। ਸਾਹਿਬ ਕਹਿਣ ਲੱਗੇ ਕਿਸ ਇਲਾਕੇ ਦਾ? ਉਹਨੇ ਦੱਸਿਆ ਮੈਂ ਦਿੱਲੀ ਦੇ ਇਲਾਕੇ ਦਾ। ਹਜ਼ੂਰ ਨੇ ਚਿੱਠੀ ਲਿਖ ਦਿੱਤੀ ਬਈ ਆ ਗੰਗੂ ਸ਼ਾਹ ਇੱਕ, ਇਹਦੇ ਕੋਲ ਪੈਸੇ ਲੈ ਲਈ, ਤੇਰੀ ਲੋੜ ਪੂਰੀ ਕਰ ਦੇਗਾ। ਹੁਣ ਯਾਦ ਰੱਖੋ ਜੀ, ਜਿੰਨਾ ਸੌਖਾ ਮਿਲਣਾ ਗਰੀਬ ਨੂੰ ਹੈ ਨਾ, ਉਹ ਤੋਂ ਕਿਤੇ ਵੱਧ ਔਖਾ ਮਿਲਣਾ ਅਮੀਰ ਨੂੰ ਹੈ। ਗਰੀਬ ਦੇ ਘਰ ਜੀ ਆਇਆ ਲਿਖਿਆ ਹੋਏਗਾ, ਅਮੀਰ ਦੇ ਘਰ ਲਿਖਿਆ ਹੋਏਗਾ ਕੁੱਤਿਆਂ ਤੋਂ ਸੁਚੇਤ ਰਹੋ। ਬੜਾ ਔਖਾ ਹੁੰਦਾ ਅਮੀਰ ਨੂੰ ਮਿਲਣਾ। ਹੁਣ ਉਹ ਔਖੀ ਸੌਖੀ ਕੱਟ ਕੇ ਤੇ ਉਹਨੂੰ ਮਿਲਿਆ। ਚਿੱਠੀ ਦਿਖਾਈ ਗੁਰੂ ਅਮਰਦਾਸ ਜੀ ਨੇ, ਵਗਾ ਮਾਰੀ। ਕਹਿਣ ਲੱਗੇ ਕਿਹੜਾ ਅਮਰਦਾਸ? ਜਦੋਂ ਬੰਦਾ ਕਾਮਯਾਬ ਹੋ ਜਾਂਦਾ ਉਦੋਂ ਕਈ ਅਮਰਦਾਸ ਪੈਦਾ ਹੋ ਜਾਂਦੇ ਨੇ। ਮੈਂ ਨਹੀਂ ਕਿਸੇ ਨੂੰ ਜਾਣਦਾ, ਨਾਲੇ ਪੈਸੇ ਮੈਂ ਕਮਾਏ ਨੇ, ਆਪਣੀ ਅਕਲ ਮਤ ਬੁੱਧ ਨਾਲ ਕਮਾਏ ਨੇ,
ਤੇ ਤੇਰੇ ਵਰਗਿਆਂ ਦੀਆਂ ਧੀਆਂ ਵਿਆਹੁਣ ਵਾਸਤੇ ਨਹੀਂ ਕਮਾਈ ਮੈਂ। ਉਹਦੇ ਕੋਲੋਂ ਗੱਲ ਬਰਦਾਸ਼ਤ ਨਾ ਹੋਈ, ਆ ਗਿਆ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗਾ, ਪਾਤਸ਼ਾਹ ਮੇਰੀ ਧੀ ਮਰ ਜਾਂਦੀ ਮੈਨੂੰ ਇੰਨਾ ਦੁੱਖ ਨਾ ਲੱਗਦਾ ਜਿੰਨਾ ਮੈਨੂੰ ਦੁੱਖ ਉਦੋਂ ਲੱਗਿਆ ਉਹਨੇ ਤੁਹਾਡੇ ਬਾਰੇ 'ਚ ਬਚਨ ਗਏ। ਹਜ਼ੂਰ ਕਹਿਣ ਲੱਗੇ, ਕੋਈ ਗੱਲ ਨਹੀਂ ਭਲਿਆ, ਮਾਇਆ ਬੰਦੇ ਦੀ ਸੁਰਤ ਵਿਗਾੜ ਦਿੰਦੀ ਹੈ। ਮਾਇਆ ਧਾਰੀ ਅਤ ਅੰਨਾ ਬੋੜਾ, ਸ਼ਬਦ ਨਾ ਸੁਣੀ ਬਾਰੂੜ ਕਚੋੜਾ। ਲੱਭ ਬਣਾਹੇ ਮਾਨਸਾ ਜਿਉ ਪਾਣੀ ਬੂਰ, ਜਿਵੇਂ ਪਾਣੀ ਤੇ ਬੂਰ ਛਿੜਕ ਦਈਏ ਨਾ ਪਰਤ ਚਮ ਜਾਏ ਤੇ ਉਹਨੂੰ ਸੱਚ ਪਤਾ ਨਹੀਂ ਲੱਗਦਾ, ਇਵੇਂ ਲੱਭ ਬਣਾਹੇ ਮਾਨਸ ਬਣ ਜਾਂਦੇ ਨੇ। ਗੱਲ ਆਪਾਂ ਨੇੜੇ ਕਰੀਏ, ਕਈ ਵਾਰੀ ਬੰਦੇ ਨੂੰ ਭੁਲੇਖਾ ਲੱਗਦਾ ਮੇਰੀ ਅਕਲ ਨਾਲ ਸਾਰਾ ਕੁਝ ਚੱਲਦਾ, ਪਰ ਨਹੀਂ। ਤਿੱਜਰ ਮੂਲ ਨਾ ਥੋੜੀ ਜੋ ਜਿੱਜਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੀ ਖਰਚ ਧਨ ਮਾਲ। ਅੱਜ ਹੋਰ ਕੱਲ ਹੋਰ ਪਰਸੋਂ ਹੋਰ, ਘਾਟੇ ਪੈਂਦੇ 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 ਇੱਕ ਦਿਨ ਇਤਨਾ ਬਰਬਾਦ ਹੋ ਗਿਆ, ਫਿਰ ਘਰ-ਬਾਰ ਛੱਡ ਕੇ ਭੱਜਣਾ ਪਿਆ, ਟਿਕਾਣਾ ਕੋਈ ਵੀ ਨਹੀਂ। ਫਿਰ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆ ਗਿਆ। ਲੰਗਰ ਦੇ ਭਾਂਡੇ ਮਾਂਜਦਾ, ਹੁਣ ਸੰਗਤ ਵਿੱਚ ਨਹੀਂ ਜਾਂਦਾ, ਕੀ ਮੂੰਹ ਦਿਖਾਵੇ। ਇੱਕ ਦਿਨ ਬੈਠਾ ਬੈਠਾ ਰੋ ਰਿਹਾ, ਪਾਤਸ਼ਾਹ ਗਲਤੀ ਤੇ ਹੋ ਗਈ, ਗਲਤੀ ਨਹੀਂ ਗਲਤੀਆਂ ਹੋ ਗਈਆਂ, ਕੀ ਤੂੰ ਹੁਣ ਵੀ ਬਖਸ਼ ਸਕਦਾ? ਯਾਦ ਰੱਖਿਓ, ਜੇ ਅਥਰੂ ਡੁੱਲਦੇ ਬਾਹਰ ਨੇ ਪਰ ਧੋਤਾ ਦਿਲ ਜਾਂਦਾ ਹੈ। ਅਥਰੂ ਦਿਲ ਤੇ ਨਹੀਂ ਡਿੱਗਦੇ, ਅਥਰੂ ਡਿੱਗਦੇ ਬਾਹਰ ਨੇ ਪਰ ਪਛਤਾਵੇ ਦੇ ਅਥਰੂ ਦਿਲ ਤੋਂ ਦਿਆ ਕਰਦੇ ਨੇ। ਗੁਰੂ ਅਮਰਦਾਸ ਜੀ ਨੇ ਬਾਂਹ ਪਕੜ ਲਈ, ਕਹਿਣ ਲੱਗੇ, ਸ਼ਾਹਾਂ ਦੇ ਪੁੱਤੇ ਮੇਰੇ ਉਤੇ ਚੰਗੇ ਨਹੀਂ ਲੱਗਦੇ। ਫਿਰ ਪੈਸੇ ਪਕੜ, ਕਾਰੋ ਵਿਹਾਰ ਫਿਰ ਚਲਾ। ਕਹਿਣ ਲੱਗੇ, ਨਹੀਂ ਸਤਿਗੁਰੂ ਹੁਣ ਨਹੀਂ। ਕਹਿੰਦੇ ਕਿਉਂ? ਕਰਨਾ ਪੈਣਾ। ਕਹਿੰਦੇ ਜੇ ਕਰਨਾ ਪੈਣਾ ਤਾਂ ਦੋ ਚੀਜ਼ਾਂ ਦੇ ਕੇ ਭੇਜ, ਇੱਕ ਨਹੀਂ। ਕੱਲੀ ਮਾਇਆ ਦੇ ਕੇ ਨਾ ਭੇਜ, ਮੈਨੂੰ ਬਖਸ਼ਿਸ਼ ਵੀ ਦੇ ਕੇ ਭੇਜ, ਕਿਰਪਾ ਵੀ ਦੇ ਕੇ ਭੇਜ, ਮੈਂ ਭੁੱਲ ਜਾਣਾ ਮਾਇਆ ਦੇ ਰਾਹ ਤੇ। ਸਾਹਿਬ ਕਹਿਣ ਲੱਗੇ, ਮੰਨੀ ਗੱਲ। ਹਜ਼ੂਰ ਨੇ ਨਾਲ ਮੰਜੀ ਦਿੱਤੀ, ਗੁਰੂ ਘਰ ਦਾ ਪ੍ਰਚਾਰਕ ਥਾਪਿਆ, ਨਾਲ ਉਹਨੂੰ ਪੈਸੇ ਦਿੱਤੇ, ਉਹਦਾ ਕਾਰੋ ਵਿਹਾਰ ਸ਼ੁਰੂ ਕੀਤਾ। ਯਾਦ ਰੱਖਿਓ, ਜੇ ਗੁਰੂ ਕੋਲ ਹੋਵੇ ਮੁਕਤੀ ਦੀ ਦਾਤ ਦੇ ਦਿੰਦਾ, ਨਹੀਂ ਸੇਵਕ ਭਟਕਦਾ। ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜ ਜਾਏ। ਸਤਿਗੁਰੂ ਸ਼ਬਦ ਸੁਣਾਏ, ਸਤਿਗੁਰੂ ਫਿਰ ਉਹਨੂੰ ਸ਼ਬਦ ਦਿੰਦਾ ਹੈ। ਬਹੁਤ ਵਾਰੀ ਗੁਰੂ ਅਮਰਦਾਸ ਜੀ ਦੇ ਇਸ ਬਾਣੀ ਵਿੱਚ, ਆਨੰਦ ਸਾਹਿਬ ਦੇ ਵਿੱਚ ਕਿੰਨੀ ਵਾਰੀ ਸ਼ਬਦ ਦਾ ਜ਼ਿਕਰ ਆਏਗਾ। ਕਰੀਬ ਮੇਰਾ ਖਿਆਲ 7-8 ਪੌੜੀਆਂ ਹੀ ਨੇ ਜਿਹਨਾਂ 'ਚ ਸ਼ਬਦ ਦਾ ਖੁੱਲ੍ਹ ਕੇ ਜ਼ਿਕਰ ਨਹੀਂ ਹੈ। ਬਾਕੀ ਹਰੇਕ ਪੌੜੀ 'ਚ ਸ਼ਬਦ ਦਾ ਜ਼ਿਕਰ ਆਏਗਾ। ਕਿਉਂ ਆਏਗਾ? ਕਿਉਂਕਿ ਗੁਰੂ ਅਮਰਦਾਸ ਦੇ ਹਿਰਦੇ 'ਚ ਜਿਹੜਾ ਜ਼ਖਮ ਕੀਤਾ ਸੀ ਉਹ ਵੀ ਸ਼ਬਦ ਨੇ ਕੀਤਾ ਸੀ। ਜਿਹੜੀ ਮੱਲਮ ਲਾਈ ਸੀ ਬੀਬੀ ਅਮਰੋ ਦੇ ਸ਼ਬਦ ਨੇ, ਉਹ ਵੀ ਸ਼ਬਦ ਨੇ ਲਾਈ ਸੀ। ਤੇ 74 ਸਾਲ ਦੀ ਉਮਰ 'ਚ ਬਜ਼ੁਰਗ ਉਹ ਨਗਮੇ ਗਾਉਣ ਲੱਗ ਪਿਆ ਸੀ। ਏਡੀ ਵਡੇਰੀ ਉਮਰ ਵਿੱਚ ਉਹ ਵੀ ਸ਼ਬਦ ਹੀ ਗਾਏ ਹੋਏ ਨੇ। ਆਨੰਦ ਸਾਹਿਬ ਗੁਰੂ ਅਮਰਦਾਸ ਜੀ ਦਾ, ਜਿਹਦਾ ਆਪਾਂ ਰੋਜ਼ ਪਾਠ ਕਰਕੇ ਸਿੱਖਣ ਦੀ ਕੋਸ਼ਿਸ਼ ਕਰ। ਸ਼ਬਦ ਹੀ ਤਾਂ ਹੈ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿੰਦੇ ਮੇਰੇ ਤੇ ਨਾ ਇਹ ਗੱਲ ਛੱਡਿਓ, ਤੁਸੀਂ ਆਪ ਵਿਚਾਰ ਕਰਕੇ ਦੇਖ ਲਓ। ਯਾਦ ਰੱਖਿਓ, ਹਿੰਦੂ ਧਰਮ ਦੇ ਵਿੱਚ ਵੀ ਸਮਾਂ ਨਿਸ਼ਚਿਤ ਹੈ ਕਦੋਂ ਜਨੇਊ ਪਾਉਣਾ। ਇਸਲਾਮ ਧਰਮ ਦੇ ਵਿੱਚ ਵੀ ਨਿਸ਼ਚਿਤ ਹੈ ਸੁੰਨਤ ਕਦੋਂ ਹੋਣੀ ਹੈ। ਸਿੱਖ ਧਰਮ 'ਚ ਨਿਸ਼ਚਿਤ ਨਹੀਂ ਹੈ। ਸਾਹਿਬ ਕਹਿੰਦੇ ਐਵੇਂ ਨਾ ਭੁੱਲ ਭੁਲੇਖੇ ਸੋਚ ਲੈ, ਵਿਚਾਰ ਲੈ, ਵਿਚਾਰ ਕੇ ਧਰਮ ਧਾਰਨ ਕਰ ਲੈ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਵਿਚਾਰ ਕੇ ਦੇਖ ਲਓ। ਆਓ ਗੁਰੂ ਦੀਆਂ ਬਾਹਾਂ ਸਾਨੂੰ ਗਲਵੱਕੜੀ 'ਚ ਲੈਣ ਲਈ ਅੱਜ ਵੀ ਤਰਸਦੀਆਂ ਨੇ। ਗੁਰੂ ਚਰਨਾਂ ਵਿੱਚ ਜੁੜ ਜਾਈਏ। ਇੰਨੀਆਂ ਬੇਨਤੀਆਂ ਕਬੂਲ, ਭੁੱਲਾਂ ਦੀ ਖਿਮਾ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।